ਦੋਸਤੋ, ਇਸ ਕਹਾਣੀ ਦਾ ਸਹੀ ਮਜ਼ਾ ਲੈਣ ਲਈ ਹੈੱਡਫੋਨਸ ਜ਼ਰੂਰ ਲਗਾਓ। ਇਹ ਸੱਚੀ ਘਟਨਾ ਹੈ ਜਿਸ ਨੂੰ ਆਪਣੀ ਅੱਖਾਂ ਦੇ ਸਾਹਮਣੇ ਘਟਦਾ ਹੋਇਆ ਮਹਿਸੂਸ ਕਰੋ। ਤਾਂ ਫਿਰ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਬਹੁਤ ਪੁਰਾਣੀ ਗੱਲ ਹੈ। ਇੱਕ ਪਹਾੜ ਦੇ ਹੇਠਾਂ ਰਮੇਸ਼ਪੁਰ ਨਾਮ ਦਾ ਇੱਕ ਬਹੁਤ ਹੀ ਸੁੰਦਰ ਪਿੰਡ ਸੀ। ਇਸ ਪਿੰਡ ਦਾ ਮੁਖੀ ਰਮੇਸ਼ਰ ਕਾਕਾ ਸੀ। ਸਾਰੇ ਪਿੰਡ ਵਾਸੀ ਰਮੇਸ਼ਰ ਕਾਕਾ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਉਹਨਾਂ ਦੇ ਵਿਚਾਰਾਂ ਅਤੇ ਸੁਝਾਵਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਸਨ। ਰਮੇਸ਼ਰ ਕਾਕਾ ਦਾ ਇੱਕ ਹੀ ਸੰਤਾਨ ਸੀ, ਚੰਦਾ। ਚੰਦਾ ਦੀ ਸ਼ਰਾਰਤਾਂ 15-16 ਸਾਲ ਦੀ ਉਮਰ ਵਿੱਚ ਵੀ ਦੂਰ ਨਹੀਂ ਹੋਈ। ਉਹ ਬਹੁਤ ਸ਼ਰਾਰਤੀ ਸੀ। ਸ਼ਰਮ ਉਸਦੇ ਚਿਹਰੇ 'ਤੇ ਕਿਤੇ ਵੀ ਦਿਖਾਈ ਨਹੀਂ ਦਿੰਦੀ, ਪਰ ਹਾਂ, ਉਸਦੇ ਚਿਹਰੇ ਤੋਂ ਮਾਸੂਮੀਅਤ ਜ਼ਰੂਰ ਛਲਕਦੀ ਸੀ। ਉਸ ਸਮੇਂ ਹਰ ਮਾਂ-ਬਾਪ ਦੀ ਇੱਕ ਹੀ ਇੱਛਾ ਹੁੰਦੀ ਸੀ ਕਿ ਉਹਨਾਂ ਦੀ ਧੀ ਨੂੰ ਚੰਗਾ ਪਤੀ ਮਿਲੇ ਅਤੇ ਉਹ ਸਹੁਰੇ ਘਰ ਖੁਸ਼ ਰਵੇ। ਰਮੇਸ਼ਰ ਕਾਕਾ ਬਹੁਤ ਹੀ ਯੋਗ ਵਰ ਵਾਸਤੇ ਨੇੜਲੇ ਪਿੰਡਾਂ ਵਿੱਚ ਜਾਣ ਲੱਗ ਪਏ ਸੀ। ਇੱਕ ਵਾਰ ਨੇੜਲੇ ਪਿੰਡ ਦੇ ਉਸਦੇ ਕਨਿਸ਼ਟ ਮਿੱਤਰ ਨੇ ਕਿਹਾ ਕਿ ਉਸ ਦੀ ਨਜ਼ਰ ਵਿੱਚ ਇੱਕ ਮੁੰਡਾ ਹੈ। ਜੇ ਤੁਸੀਂ ਤਿਆਰ ਹੋ ਤਾਂ ਮੈਂ ਗੱਲ ਕਰ ਸਕਦਾ ਹਾਂ। ਰਮੇਸ਼ਰ ਕਾਕਾ ਨੇ ਜਿਵੇਂ ਹੀ ਹਾਂ ਕਿਹਾ ਤਾਂ ਚੰਦਾ ਦਾ ਵਿਆਹ ਉਸ ਦੇ ਮਿੱਤਰ ਦੀ ਅਗਵਾਈ ਹੇਠ ਤੈਅ ਹੋ ਗਿਆ। ਚੰਦਾ ਦਾ ਪਤੀ ਨਦੇਸਰ ਉਸ ਸਮੇਂ ਕੋਲਕਾਤਾ ਵਿੱਚ ਕੋਈ ਕੰਮ ਕਰਦਾ ਸੀ। ਨਦੇਸਰ ਬੜਾ ਸਾਦਾ ਤੇ ਸੋਹਣਾ ਨੌਜਵਾਨ ਸੀ। ਉਹ ਰਮੇਸ਼ਰ ਕਾਕੇ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਸੀ। ਖੈਰ, ਵਿਆਹ ਹੋ ਗਿਆ ਤੇ ਰਮੇਸ਼ਰ ਕਾਕਾ ਨੇ ਨਮ ਅੱਖਾਂ ਨਾਲ ਚੰਦਾ ਨੂੰ ਵਿਦਾਈ ਦਿੱਤੀ। ਚੰਦਾ ਕੁਝ ਦਿਨਾਂ ਵਿੱਚ ਹੀ ਸਹੁਰੇ ਘਰ ਵਿੱਚ ਵੀ ਸਾਰਿਆਂ ਦੀ ਚਹੇਤੀ ਬਣ ਗਈ ਸੀ। ਚੰਦਾ ਨਾਲ 1-2 ਮਹੀਨੇ ਬਿਤਾਉਣ ਤੋਂ ਬਾਅਦ ਨਦੇਸਰ ਭਾਰੀ ਮਨ ਨਾਲ ਕੋਲਕਾਤਾ ਲਈ ਰਵਾਨਾ ਹੋ ਗਿਆ। ਚੰਦਾ ਨੇ ਨਦੇਸਰ ਨੂੰ ਸਮਝਾਇਆ ਕਿ ਕਮਾਈ ਕਰਨੀ ਵੀ ਜ਼ਰੂਰੀ ਹੈ ਤੇ 5-6 ਮਹੀਨਿਆਂ ਦੀ ਗੱਲ ਹੈ। ਦੀਵਾਲੀ ਵਿੱਚ ਤੁਸੀਂ ਮੁੜ ਕਰ ਆਉਣਾ ਹੈ। ਉਦੋਂ ਤੱਕ ਮੈਂ ਖੁਸ਼ ਮਨ ਨਾਲ ਤੁਹਾਡਾ ਇੰਤਜ਼ਾਰ ਕਰਾਂਗੀ। ਕੋਲਕਾਤਾ ਪਹੁੰਚ ਕੇ ਨਦੇਸਰ ਨੇ ਫਿਰ ਤੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ, ਪਰ ਉਸ ਨੂੰ ਕੰਮ ਕਰਨ ਦਾ ਮਨ ਨਹੀਂ ਲੱਗਾ। ਵਾਰ-ਵਾਰ ਚੰਦਾ ਦਾ ਸ਼ਰਾਰਤੀ ਚਿਹਰਾ ਉਸ ਦੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ ਸੀ। ਜਿੰਨਾ ਜ਼ਿਆਦਾ ਉਹ ਕੰਮ 'ਤੇ ਧਿਆਨ ਦੇਣ ਦੀ ਕੋਸ਼ਿਸ਼ ਕਰਦਾ ਸੀ, ਉਨਾ ਹੀ ਉਸ ਨੂੰ ਚੰਦਾ ਦੀ ਯਾਦ ਆਉਂਦੀ ਹੈ। ਨਦੇਸਰ ਦੀ ਇਹ ਨਿਰਾਸ਼ਾ ਦਿਨੋਂ-ਦਿਨ ਵੱਧਦੀ ਜਾ ਰਹੀ ਸੀ। ਉਸਨੇ ਆਪਣੇ ਨਾਲ ਕੰਮ ਕਰਦੇ ਆਪਣੇ 5 ਦੋਸਤਾਂ ਨੂੰ ਆਪਣੇ ਦਿਲ ਦੀ ਗੱਲ ਦੱਸੀ। ਇਹ 5 ਉਸ ਦੇ ਚੰਗੇ ਦੋਸਤ ਸਨ। ਦਿਨ-ਰਾਤ ਨਦੇਸਰ ਇਹਨਾਂ 5 ਦੋਸਤਾਂ ਨੂੰ ਚੰਦਾ ਦੀ ਸੁੰਦਰਤਾ ਅਤੇ ਉਸ ਦੀਆਂ ਸ਼ਰਾਰਤਾਂ ਬਾਰੇ ਦੱਸਦਾ ਰਹਿੰਦਾ। 5 ਦੋਸਤਾਂ ਨੇ ਚੰਦਾ ਬਾਰੇ ਸੁਣ ਕੇ ਆਪਣੇ ਮਨ ਵਿੱਚ ਉਸ ਦੀ ਸੁੰਦਰਤਾ ਦਾ ਚਿੱਤਰ ਬਣਾ ਲਿਆ ਸੀ ਅਤੇ ਹੁਣ ਵਾਰ-ਵਾਰ ਨਦੇਸਰ ਨੂੰ ਪੁੱਛਦੇ ਸੀ ਕਿ ਤੁਸੀਂ ਭਰਜਾਈ ਨਾਲ ਕਦੋਂ ਮਿਲਵਾ ਰਹੇ ਹੋ। ਨਦੇਸਰ ਕਹਿੰਦਾ ਸੀ ਕਿ ਮੈਂ ਆਪ ਉਸ ਨੂੰ ਮਿਲਣ ਲਈ ਉਤਾਵਲਾ ਹਾਂ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਉਸ ਨੂੰ ਕਿਵੇਂ ਮਿਲਾਂ। ਖੈਰ, ਨਦੇਸਰ ਉਸ ਭਿਆਨਕ ਵਿਚਾਰਾਂ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਜੋ ਨਦੇਸਰ ਦੇ 5 ਦੋਸਤਾਂ ਦੇ ਮਨਾਂ ਵਿੱਚ ਪੈਦਾ ਹੋ ਗਿਆ ਸੀ। ਇੱਕ ਦਿਨ ਉਸ ਦੇ 5 ਦੋਸਤਾਂ ਨੇ ਨਦੇਸਰ ਨੂੰ ਭਰਜਾਈ ਨੂੰ ਇੱਥੇ ਲਿਆਉਣ ਲਈ ਕਿਹਾ। ਜੇ ਉਹ ਕੁਝ ਦਿਨ ਰੁਕਦੀ ਹੈ ਤਾਂ ਉਹ ਕੋਲਕਾਤਾ ਵੀ ਘੁੰਮ ਲਵੇਗੀ ਅਤੇ ਫਿਰ 1-2 ਹਫ਼ਤਿਆਂ ਵਿੱਚ ਉਸ ਨੂੰ ਵਾਪਸ ਛੱਡ ਆਈ। ਪਰ ਨਦੇਸਰ ਨੂੰ ਆਪਣੇ ਬੂढ़ੇ ਮਾਂ-ਬਾਪ ਯਾਦ ਆਉਂਦੇ ਹਨ ਅਤੇ ਕਹਿੰਦਾ ਹੈ ਕਿ ਦੋਸਤੋ, ਮੈਂ ਅਜਿਹਾ ਨਹੀਂ ਕਰ ਸਕਦਾ। ਮੇਰੇ ਮਾਤਾ-ਪਿਤਾ ਦੀ ਦੇਖਭਾਲ ਕਰਨ ਵਾਲਾ ਪਿੰਡ ਵਿੱਚ ਚੰਦਾ ਤੋਂ ਇਲਾਵਾ ਕੋਈ ਨਹੀਂ ਹੈ। ਕੁਝ ਦਿਨ ਹੋਰ ਬੀਤ ਗਏ, ਪਰ ਇਹ ਬੀਤਦੇ ਦਿਨ ਨਦੇਸਰ ਦੀ ਨਿਰਾਸ਼ਾ ਨੂੰ ਹੋਰ ਵੀ ਵਧਾ ਰਹੇ ਸਨ। ਹੁਣ ਨਦੇਸਰ ਨੂੰ ਕੰਮ ਵਿੱਚ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਅਤੇ ਉਸ ਨੂੰ ਬਸ ਪਿੰਡ ਦੀ ਯਾਦ ਆਉਂਦੀ ਰਹਿੰਦੀ ਸੀ। ਇੱਕ ਦਿਨ ਰਾਤ ਨੂੰ ਨਦੇਸਰ ਦੇ 5 ਦੋਸਤਾਂ ਨੇ ਨਦੇਸਰ ਨੂੰ ਕਿਹਾ ਕਿ ਚਲੋ ਤੇਰੇ ਪਿੰਡ ਚੱਲੀਏ। ਜਦੋਂ ਤੱਕ ਨਦੇਸਰ ਕੁਝ ਸਮਝ ਜਾਂ ਕਹਿ ਸਕਦਾ ਸੀ, ਉਸ ਨੇ ਦੁਬਾਰਾ ਫਿਰ ਉਸ ਦੇ ਉਹਨਾਂ 5 ਦੋਸਤਾਂ ਵਿੱਚੋਂ ਨਿਕੇਸ਼ ਨਾਂ ਦੇ ਦੋਸਤ ਨੇ ਕਿਹਾ ਕਿ ਟੈਨਸ਼ਨ ਨਾ ਲਓ, ਕਹਿ ਦੇਵੇਂ ਕਿ ਕੰਮ ਵਿੱਚ ਢਿੱਲ ਹੈ, ਇਸੇ ਲਈ ਪਿੰਡ ਆਇਆ ਹਾਂ ਅਤੇ ਨਾਲ ਹੀ ਇਸ ਬਹਾਨੇ ਅਸੀਂ ਦੋਸਤ ਤੁਹਾਡਾ ਪਿੰਡ ਵੀ ਦੇਖਾਂਗੇ ਅਤੇ ਭਰਜਾਈ ਸਮੇਤ ਤੁਹਾਡੇ ਮਾਤਾ-ਪਿਤਾ ਨੂੰ ਵੀ ਮਿਲਾਂਗੇ, ਕਿਉਂਕਿ ਸਾਡਾ ਤਾਂ ਪਿੰਡ ਹੀ ਨਹੀਂ ਹੈ। ਉਹ ਕੋਲਕਾਤਾ ਵਿੱਚ ਪੈਦਾ ਹੋਏ ਸੀ ਅਤੇ ਕੋਲਕਾਤਾ ਨੂੰ ਆਪਣਾ ਘਰ ਬਣਾਇਆ ਸੀ। ਅਸੀਂ ਵੀ ਕੁਝ ਦਿਨਾਂ ਲਈ ਪੇਂਡੂ ਮਾਹੌਲ ਦਾ ਆਨੰਦ ਲੈਣਾ ਚਾਹੁੰਦੇ ਹਾਂ। ਨਦੇਸਰ ਘਰ ਜਾਣ ਲਈ ਬੇਤਾਬ ਸੀ। ਉਸ ਨੂੰ ਆਪਣੇ ਦੋਸਤਾਂ ਦੀਆਂ ਗੱਲਾਂ ਚੰਗੀਆਂ ਲੱਗੀਆਂ। ਬਸ ਫਿਰ ਕੀ ਸੀ, ਅਗਲੇ ਹੀ ਦਿਨ ਨਦੇਸਰ ਆਪਣੇ ਉਹਨਾਂ 5 ਦੋਸਤਾਂ ਨਾਲ ਆਪਣੇ ਪਿੰਡ ਲਈ ਰਵਾਨਾ ਹੋ ਗਿਆ। ਉਸ ਦੇ ਪਿੰਡ ਦੇ ਆਲੇ-ਦੁਆਲੇ ਬਹੁਤ ਸੰਘਣੇ ਜੰਗਲ ਸੀ। ਇਸ ਪਹਾੜੀ ਖੇਤਰ ਦੇ ਇਹਨਾਂ ਪਹਾੜੀ ਨਿਵਾਸੀਆਂ ਤੋਂ ਇਲਾਵਾ ਜੇਕਰ ਕੋਈ ਵੀ ਅਣਜਾਣ ਆ ਜਾਂਦਾ ਹੈ
ਤਾਂ ਉਹ ਯਕੀਨਨ ਕੁਰਾਹੇ ਪੈ ਕੇ ਹਿੰਸਕ ਜਾਨਵਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਰੇਲ ਗੱਡੀ ਅਤੇ ਬੱਸ ਰਾਹੀਂ ਸਫ਼ਰ ਕਰਦਾ ਹੋਏ ਨੰਦੇਸਰ ਆਪਣੇ 5 ਦੋਸਤਾਂ ਨਾਲ ਆਖਰਕਾਰ ਆਪਣੇ ਪਿੰਡ ਦੇ ਨੇੜੇ ਇੱਕ ਛੋਟੇ ਜਿਹੇ ਬੱਸ ਅੱਡੇ ਤੇ ਪਹੁੰਚ ਗਿਆ। ਇਸ ਸਟੇਸ਼ਨ ਤੋਂ ਉਸ ਦੇ ਪਿੰਡ ਤੱਕ ਚੰਗੀ ਕੱਚੀ ਸੜਕ ਵੀ ਨਹੀਂ ਸੀ। ਜੰਗਲ ਵਿੱਚ ਤੁਰ ਕੇ ਬਣੇ ਕੱਚੇ ਰਾਹਾਂ ਵਿੱਚੋਂ ਲੰਘਣਾ ਪੈਂਦਾ ਸੀ। ਜੰਗਲ ਵਿੱਚ ਸੈਰ ਕਰਦੇ ਸਮੇਂ ਜਦੋਂ ਨਿਕੇਸ਼ ਨੇ ਨੰਦੇਸਰ ਨੂੰ ਪੁੱਛਿਆ ਕਿ ਭਾਈ ਨੰਦੇਸਰ, ਤੇਰਾ ਪਿੰਡ ਕਿੰਨੀ ਦੂਰ ਹੈ, ਤਾਂ ਨੰਦੇਸਰ ਨੇ ਖੁਸ਼ੀ ਨਾਲ ਕਿਹਾ ਕਿ ਹੁਣ ਅਸੀਂ ਪਹੁੰਚਣ ਵਾਲੇ ਹਾਂ। ਨੰਦੇਸਰ ਦੀ ਗੱਲ ਸੁਣ ਕੇ ਨਿਕੇਸ਼ ਨੇ ਉੱਥੇ ਹੀ ਬੈਠ ਕੇ ਸਾਹ ਚੜ੍ਹਨ ਦਾ ਬਹਾਨਾ ਲਾਇਆ ਅਤੇ ਕਿਹਾ ਕਿ ਹੁਣ ਮੈਥੋਂ ਚੱਲਿਆ ਨਹੀਂ ਜਾਂਦਾ। ਉਸ ਦੀ ਗੱਲ ਸੁਣ ਕੇ ਨੰਦੇਸਰ ਨੇ ਕਿਹਾ, ਯਾਰ ਅਸੀਂ ਪਹੁੰਚ ਗਏ ਹਾਂ ਅਤੇ ਹੁਣ ਇਹ ਮੁਸ਼ਕਿਲ ਨਾਲ 5 ਮਿੰਟ ਵੀ ਨਹੀਂ ਲੱਗਣਗੇ। ਪਰ ਨੰਦੇਸਰ ਦੀਆਂ ਗੱਲਾਂ ਨੂੰ ਅਣਸੁਣਿਆ ਕਰਦੇ ਹੋਏ ਹੋਰ 4 ਦੋਸਤ ਵੀ ਨਿਕੇਸ਼ ਕੋਲ ਬੈਠ ਗਏ। ਹੁਣ ਗਰੀਬ ਨੰਦੇਸਰ ਕੀ ਕਰੇ, ਉਸ ਨੂੰ ਵੀ ਰੁਕਣਾ ਪਿਆ। ਜਿਵੇਂ ਹੀ ਨੰਦੇਸਰ ਰੁਕਿਆ ਤਾਂ ਨਿਕੇਸ਼ ਨੇ ਆਪਣੇ ਹੱਥ ਵਿਚਲੇ ਬੈਗ ਵਿੱਚੋਂ ਇੱਕ ਵਧੀਆ ਨਵੀਂ ਸਾੜੀ ਦੇ ਨਾਲ ਚੂੜੀਆਂ ਆਦਿ ਕੱਢ ਕੇ ਕਿਹਾ ਕਿ ਦੋਸਤ ਨੰਦੇਸਰ, ਅਸੀਂ ਪਹਿਲੀ ਵਾਰ ਭਾਬੀ ਨੂੰ ਮਿਲਣ ਜਾ ਰਹੇ ਹਾਂ, ਇਸ ਲਈ ਉਸ ਲਈ ਕੁਝ ਤੋਹਫੇ ਲੈ ਕੇ ਆਏ ਹਾਂ। ਉਸ ਦੀ ਗੱਲ ਸੁਣ ਕੇ ਨੰਦੇਸਰ ਨੇ ਕਿਹਾ, ਦੋਸਤੋਂ ਇਸ ਦੀ ਕੀ ਲੋੜ ਸੀ? ਪਰ ਨਿਕੇਸ਼ ਨੇ ਹੱਸਦੇ ਹੋਏ ਕਿਹਾ ਕਿ ਇਹ ਤਾਂ ਭਰਾ ਦੀ ਲੋੜ ਸੀ, ਸਾਡੀ ਵੀ ਭਾਬੀ ਹੈ, ਅਸੀਂ ਉਸ ਨੂੰ ਪਹਿਲੀ ਵਾਰ ਮਿਲ ਰਹੇ ਹਾਂ ਤਾਂ ਅਸੀਂ ਕੁਝ ਦਿੱਤੇ ਬਿਨਾਂ ਕਿਵੇਂ ਰਹਿ ਸਕਦੇ ਹਾਂ। ਇਸ ਤੋਂ ਬਾਅਦ ਨਿਕੇਸ਼ ਨੇ ਚਿਹਰੇ ਤੇ ਟੇਢੀ ਜਿਹੀ ਮੁਸਕਾਨ ਲੈ ਕੇ ਨੰਦੇਸਰ ਨੂੰ ਕਿਹਾ ਕਿ ਯਾਰ ਨੰਦੇਸਰ, ਕਿਉਂ ਨਾ ਭਾਬੀ ਨੂੰ ਸਰਪ੍ਰਾਈਜ਼ ਦਿੱਤਾ ਜਾਵੇ। ਤੁਸੀਂ ਇੱਕ ਕੰਮ ਕਰੋ, ਤੁਸੀਂ ਘਰ ਜਾ ਕੇ ਭਾਬੀ ਨੂੰ ਬਿਨਾਂ ਕਿਸੇ ਨੂੰ ਦੱਸੇ ਘੁੰਮਣ ਦੇ ਬਹਾਨੇ ਇੱਥੇ ਲਿਆਓ। ਅਸੀਂ ਇਹ ਸਾਰੇ ਤੋਹਫੇ ਭਾਬੀ ਨੂੰ ਇੱਥੇ ਦੇਵਾਂਗੇ ਅਤੇ ਉਸ ਤੋਂ ਬਾਅਦ ਤੁਸੀਂ ਦੋਵੇਂ ਆਪਣੇ ਘਰ ਚਲੇ ਜਾਓਗੇ। ਭੋਲਾ ਨੰਦੇਸਰ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਤੇਜ਼ ਕਦਮਾਂ ਨਾਲ ਘਰ ਵੱਲ ਚਲਾ ਗਿਆ ਅਤੇ ਕਰੀਬ 30-40 ਮਿੰਟਾਂ ਬਾਅਦ ਚੰਦਾ ਨਾਲ ਵਾਪਸ ਆਪਣੇ ਦੋਸਤਾਂ ਕੋਲ ਆਇਆ। ਬਸ ਫਿਰ ਕੀ ਸੀ, ਉਹ 5 ਦੋਸਤਾਂ ਨੇ ਚੰਦਾ ਨੂੰ ਆਪਣੀ ਭਰਜਾਈ ਵਾਂਗ ਹੀ ਮਿਲੇ। ਚੰਦਾ ਨੂੰ ਵੀ ਇਹ ਬਹੁਤ ਪਸੰਦ ਸੀ। ਇਸ ਤੋਂ ਬਾਅਦ ਜਦੋਂ ਚੰਦਾ ਨੇ ਉਸ ਨੂੰ ਘਰ ਜਾਣ ਲਈ ਕਿਹਾ ਤਾਂ ਅਚਾਨਕ ਉਹਨਾਂ ਦਾ ਰਵੱਈਆ ਥੋੜ੍ਹਾ ਬਦਲ ਗਿਆ। ਨਿਕੇਸ਼ ਅਤੇ ਨੰਦੇਸਰ ਦੇ 4 ਹੋਰ ਦੋਸਤ ਚੰਦਾ ਅਤੇ ਨੰਦੇਸਰ ਦੇ ਨਾਲ ਖੜੇ ਹੋ ਗਏ। ਉਸ ਤੋਂ ਪਹਿਲਾਂ ਕਿ ਚੰਦਾ ਅਤੇ ਨੰਦੇਸਰ ਕੁਝ ਸਮਝ ਪਾਉਂਦੇ, ਨਿਕੇਸ਼ ਨੇ ਦੰਦ ਕੱਢਦੇ ਹੋਏ ਉੱਚੀ ਆਵਾਜ਼ ਵਿੱਚ ਨੰਦੇਸਰ ਨੂੰ ਕਿਹਾ ਕਿ ਮੈਂ ਆਪਣੀ ਭੈਣ ਦਾ ਵਿਆਹ ਤੁਹਾਡੇ ਨਾਲ ਕਰਵਾਉਣਾ ਚਾਹੁੰਦਾ ਸੀ, ਪਰ ਤੁਸੀਂ ਮੈਨੂੰ ਦੱਸੇ ਬਿਨਾਂ ਪਿੰਡ ਆ ਕੇ ਅਜਿਹਾ ਕਰ ਦਿੱਤਾ। ਉਸ ਦੀ ਗੱਲ ਸੁਣ ਕੇ ਨੰਦੇਸਰ ਨੇ ਮਾਸੂਮੀਅਤ ਨਾਲ ਕਿਹਾ ਕਿ ਨਿਕੇਸ਼ ਭਾਈ, ਤੁਸੀਂ ਕਦੋਂ ਆਪਣੀ ਭੈਣ ਦੇ ਵਿਆਹ ਦੀ ਗੱਲ ਕੀਤੀ ਅਤੇ ਜਦੋਂ ਮੈਂ ਘਰ ਆਇਆ ਤਾਂ ਮੇਰੇ ਮਾਤਾ-ਪਿਤਾ ਨੇ ਇੱਥੇ ਮੇਰਾ ਵਿਆਹ ਕਰਾਤਾ ਸੀ, ਮੈਂ ਉਹਨਾਂ ਨੂੰ ਕਿਵੇਂ ਇਨਕਾਰ ਕਰ ਸਕਦਾ ਸੀ। ਪਰ ਨੰਦੇਸਰ ਦੇ ਇਨ੍ਹਾਂ ਭੋਲੇ ਭਾਲੇ ਬੋਲਾਂ ਦਾ ਉਹਨਾਂ 5 ਭੂਤਾਂ ਤੇ ਕੋਈ ਅਸਰ ਨਹੀਂ ਹੋਇਆ। ਉਹਨਾਂ ਵਿੱਚੋਂ 2 ਨੇ ਨੰਦੇਸਰ ਨੂੰ ਕੱਸ ਕੇ ਫੜ ਲਿਆ ਅਤੇ 3 ਨੇ ਚੰਦਾ ਦਾ ਚੀਰਹਰਣ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਨੰਦੇਸਰ ਜਾਂ ਚੰਦਾ ਆਪਣੀ ਆਵਾਜ਼ ਉਠਾਉਂਦੇ, ਉਹਨਾਂ ਦੇ ਮੂੰਹ ਵਿੱਚ ਕੱਪੜੇ ਪਾ ਦਿੱਤੇ ਗਏ। ਫਿਰ ਉਹ ਵਿਚਾਰੀ ਚੰਦਾ ਅਤੇ ਨੰਦੇਸਰ ਨੂੰ ਚੁੱਕ ਕੇ ਕੁਝ ਹੋਰ ਸੰਘਣੇ ਜੰਗਲ ਵਿੱਚ ਲੈ ਗਏ। ਉਹਨਾਂ ਨੂੰ ਸੰਘਣੇ ਜੰਗਲ ਵਿੱਚ ਲੈ ਜਾ ਕੇ ਨੰਦੇਸਰ ਨੂੰ ਮਾਰ ਦਿੱਤਾ ਅਤੇ ਚੰਦਾ ਦੀ ਇੱਜ਼ਤ ਨਾਲ ਖਿਲਵਾੜ ਕੀਤਾ। ਉਹ 5 ਰਾਖਸ਼ ਤਕਰੀਬਨ ਕਈ ਘੰਟੇ ਤੱਕ ਚੰਦਾ ਦੀ ਇੱਜ਼ਤ ਨੂੰ ਦਾਗ ਦਿੰਦੇ ਰਹੇ। ਉਹ ਰੋਂਦੀ ਰਹੀ, ਭੀਖ ਮੰਗਦੀ ਰਹੀ, ਪਰ ਉਹਨਾਂ ਪੀੜੀਆਂ ਤੇ ਕੋਈ ਅਸਰ ਨਾ ਹੋਇਆ। ਆਖਰਕਾਰ ਉਹਨਾਂ 5 ਨੇ ਚੰਦਾ ਨੂੰ ਵੀ ਮਾਰ ਦਿੱਤਾ। ਉਸ ਨੂੰ ਜੰਗਲ ਵਿੱਚ ਸੁੱਕੇ ਪੱਤਿਆਂ ਨਾਲ ਢੱਕ ਦਿੱਤਾ ਅਤੇ ਉਸ ਨੂੰ ਅੱਗ ਲਗਾ ਦਿੱਤੀ। ਅੱਗ ਲਗਾਉਣ ਤੋਂ ਬਾਅਦ ਉਹ 5 ਦੋਸਤ ਉੱਥੋਂ ਭੱਜ ਗਏ ਜਿੱਥੋਂ ਉਹ ਆਏ ਸਨ। ਜੰਗਲ ਸੜਨ ਨਾਲ ਤੇ ਚੰਦਾ ਤੇ ਨੰਦੇਸਰ ਦੀਆਂ ਲਾਸ਼ਾਂ ਸੜਨ ਲੱਗ ਪਈਆਂ। ਸਭ ਕੁਝ ਤਬਾਹ ਹੋ ਗਿਆ। ਆਸ-ਪਾਸ ਦੇ ਪਿੰਡ ਵਾਸੀਆਂ ਦਾ ਇਸ ਅੱਗ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਕਿਉਂਕਿ ਜੰਗਲ ਦੀ ਅੱਗ ਕੋਈ ਵੱਡੀ ਗੱਲ ਨਹੀਂ ਸੀ। ਕਦੇ ਕੋਈ ਆਪਣੀ ਲੈਂਟਰਨ ਵਿੱਚ ਜੰਗਲ ਨੂੰ ਅੱਗ ਲਾ ਦਿੰਦਾ ਸੀ। ਸਮਾਂ ਹੌਲੀ-ਹੌਲੀ ਲੰਘਣ ਲੱਗਾ। ਜਦੋਂ ਰਾਤ ਤੱਕ ਚੰਦਾ ਅਤੇ ਨੰਦੇਸਰ ਘਰ ਲਈ ਨਹੀਂ ਆਏ ਤਾਂ ਨੰਦੇਸਰ ਦੇ ਪਿਤਾ ਨੇ ਆਪਣੇ ਗੁਆਂਢੀਆਂ ਨੂੰ ਨੰਦੇਸਰ ਦੇ ਆਉਣ ਅਤੇ ਚੰਦਾ ਨੂੰ ਲੈ ਜਾਣ ਬਾਰੇ ਦੱਸਿਆ। ਉਸੇ ਰਾਤ ਨੰਦੇਸਰ ਅਤੇ ਉਸਦੇ ਕੁਝ ਗੁਆਂਢੀਆਂ ਚੰਦਾ ਅਤੇ ਨੰਦੇਸਰ ਨੂੰ ਲੱਭਣ ਲਈ ਮਸ਼ਾਲਾਂ ਲੈ ਕੇ ਨਿਕਲ ਪਏ। ਕਾਫੀ ਖੋਜ ਤੋਂ ਬਾਅਦ ਵੀ ਦੋਹਾਂ ਦਾ ਪਤਾ ਨਹੀਂ ਲੱਗ ਸਕਿਆ। ਅਗਲੀ ਸਵੇਰ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪਰ ਪੁਲਿਸ ਕੀ ਕਰੇਗੀ। ਥੋੜੀ ਜਾਂਚ ਕੀਤੀ ਪਰ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਾ। ਹੁਣ ਨੰਦੇਸਰ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਨੰਦੇਸਰ ਉਹਨਾਂ ਨੂੰ ਬਿਨਾਂ ਦੱਸੇ ਆਪਣੀ ਘਰਵਾਲੀ ਨਾਲ ਕੋਲਕਾਤਾ ਚਲਾ ਗਿਆ ਸੀ। ਸ਼ਾਇਦ ਉਸ ਨੂੰ ਡਰ ਸੀ ਕਿ ਜੇ ਉਹ ਬਾਪੂ ਨੂੰ ਸੂਚਿਤ ਕਰ ਲਏਗਾ
ਤਾਂ ਉਹ ਉਸ ਨੂੰ ਲੈ ਕੇ ਨਹੀਂ ਜਾਣ ਦੇਣਗੇ। ਆਖਰਕਾਰ ਨੰਦੇਸਰ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਬਹੁਤ ਘੱਟ ਪਤਾ ਸੀ। ਨੰਦੇਸਰ ਕਿੱਥੇ ਰਹਿੰਦਾ ਹੈ, ਕੋਲਕਾਤਾ ਵਿੱਚ ਕੀ ਕਰਦਾ ਹੈ। ਹੌਲੀ-ਹੌਲੀ 8-9 ਮਹੀਨੇ ਬੀਤ ਗਏ। ਹੁਣ ਨੰਦੇਸਰ ਦੇ ਮਾਪੇ ਨੰਦੇਸਰ ਤੇ ਚੰਦਾ ਤੋਂ ਬਿਨਾਂ ਰਹਿਣਾ ਸਿੱਖ ਗਏ ਸਨ। ਇੱਥੇ ਕੋਲਕਾਤਾ ਵਿੱਚ ਇੱਕ ਦਿਨ ਅਚਾਨਕ ਨਿਕੇਸ਼ ਦੇ ਘਰ ਵਿੱਚ ਹੰਗਾਮਾ ਹੋ ਗਿਆ ਸੀ। ਹੋਇਆ ਇਹ ਕਿ ਕਿਸੇ ਨੇ ਬੜੀ ਬੇਰਹਿਮੀ ਨਾਲ ਉਸ ਦੇ ਜਣਨ ਅੰਗਾਂ ਨੂੰ ਦੰਦਾਂ ਨਾਲ ਵੱਢ ਦਿੱਤਾ। ਉਸ ਦੇ ਸਰੀਰ ਦੇ ਕਈ ਥਾਵਾਂ ਤੇ ਦੰਦਾਂ ਦੇ ਭਿਆਨਕ ਨਿਸ਼ਾਨ ਰਹਿ ਗਏ ਅਤੇ ਉਹ ਇਸ ਸੰਸਾਰ ਨੂੰ ਛੱਡ ਗਿਆ। ਪੁਲਿਸ ਨੂੰ ਪੁੱਛਗਿੱਛ 'ਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਕੇਸ਼ ਦਾ ਪਿਛਲੇ 1 ਮਹੀਨੇ ਤੋਂ ਇੱਕ ਲੜਕੀ ਨਾਲ ਅਫੇਅਰ ਸੀ। ਦੋਵੇਂ ਇੱਕ ਦੂਜੇ ਨੂੰ ਬਰਾਬਰ ਮਿਲਦੇ ਸਨ, ਪਰ ਕਿਸੇ ਨੇ ਇਹ ਨਹੀਂ ਦੇਖਿਆ ਸੀ ਕਿ ਕੁੜੀ ਕੌਣ ਸੀ, ਕਿਵੇਂ ਸੀ। ਪਰ ਇਸ ਦੌਰਾਨ ਪੁਲਿਸ ਨੂੰ ਨਿਕੇਸ਼ ਦੀ ਭੈਣ ਤੋਂ ਇੱਕ ਅਜੀਬ ਅਤੇ ਡਰਾਵਨੀ ਗੱਲ ਦਾ ਪਤਾ ਲੱਗਾ। ਨਿਕੇਸ਼ ਦੀ ਭੈਣ ਨੇ ਦੱਸਿਆ ਕਿ ਇੱਕ ਦਿਨ ਜਦੋਂ ਨਿਕੇਸ਼ ਘਰੋਂ ਨਿਕਲਿਆ ਤਾਂ ਉਹ ਵੀ ਉਸ ਦੇ ਪਿੱਛੇ ਆ ਗਈ। ਨਿਕੇਸ਼ ਟਾਊਨਸ਼ਿਪ ਛੱਡ ਕੇ ਸੁਨਸਾਨ ਸੜਕ ਤੇ ਇੱਕ ਪੁਲੀ ਤੇ ਬੈਠ ਗਿਆ ਸੀ। ਉੱਥੋਂ ਮੈਂ ਕਰੀਬ 20 ਮੀਟਰ ਦੀ ਦੂਰੀ ਤੇ ਇੱਕ ਬਿਜਲੀ ਦੇ ਖੰਭੇ ਦੇ ਹੇਠਾਂ ਖੜੀ ਹੋ ਕੇ ਉਸ ਤੇ ਨਜ਼ਰ ਰੱਖੀ ਸੀ। ਮੈਨੂੰ ਬਹੁਤ ਅਜੀਬ ਲੱਗਾ, ਕਿਉਂਕਿ ਅਜਿਹਾ ਲੱਗ ਰਿਹਾ ਸੀ ਕਿ ਨਿਕੇਸ਼ ਕਿਸੇ ਨਾਲ ਗੱਲ ਕਰ ਰਿਹਾ ਹੈ, ਕਿਸੇ ਨੂੰ ਬੁਲਾ ਰਿਹਾ ਹੈ, ਪਰ ਉੱਥੇ ਨਿਕੇਸ਼ ਤੋਂ ਇਲਾਵਾ ਕੋਈ ਨਹੀਂ ਸੀ। ਫਿਰ ਮੈਨੂੰ ਲੱਗਾ ਕਿ ਨਿਕੇਸ਼ ਭਾਈ ਪਾਗਲ ਹੋ ਗਿਆ ਹੈ। ਅਜੇ ਮੈਂ ਇਹ ਸਭ ਕੁਝ ਸੋਚ ਰਹੀ ਸੀ ਕਿ ਉਦੋਂ ਇੱਕ ਭਿਆਨਕ ਕਾਲਾ ਪਰਛਾਵਾਂ ਮੇਰੇ ਨੇੜੇ ਆ ਕੇ ਖੜਾ ਹੋ ਗਿਆ। ਉਹ ਪਰਛਾਵਾਂ ਬੜਾ ਭਿਆਨਕ ਸੀ, ਪਰ ਪਰਛਾਵਾਂ ਸੀ। ਪਰ ਇਹ ਪਰਛਾਵਾਂ ਕਿਸ ਦਾ ਸੀ ਸਮਝ ਨਹੀਂ ਆ ਰਿਹਾ ਸੀ। ਮੈਂ ਪੂਰੀ ਤਰ੍ਹਾਂ ਡਰ ਗਈ ਸੀ। ਇਹ ਸੁਣ ਕੇ ਪੁਲਿਸ ਅਤੇ ਆਸ-ਪਾਸ ਇਕੱਠੇ ਹੋਏ ਲੋਕ ਪੂਰੀ ਤਰ੍ਹਾਂ ਘਬਰਾ ਗਏ, ਕਿਉਂਕਿ ਨਿਕੇਸ਼ ਦੀ ਜੋ ਹਾਲਤ ਹੋਈ ਸੀ ਉਹ ਦੱਸ ਰਹੀ ਸੀ ਕਿ ਉਸ ਨਾਲ ਜੋ ਵਾਪਰਿਆ ਹੈ ਉਹ ਕਿਸੇ ਮਨੁੱਖ ਨੇ ਨਹੀਂ ਕੀਤਾ, ਸਗੋਂ ਭੂਤ ਪ੍ਰੇਤਾਂ ਨੇ ਕੀਤਾ ਹੋਵੇਗਾ। ਇਹ ਕਹਾਣੀ ਇੱਥੇ ਖਤਮ ਹੁੰਦੀ ਹੈ, ਪਰ ਇਸ ਦੇ ਅਗਲੇ ਭਾਗ ਦੇ ਰੂਪ ਵਿੱਚ ਇੱਕ ਹੋਰ ਕਹਾਣੀ ਆ ਸਕਦੀ ਹੈ ਕਿ ਨਿਕੇਸ਼ ਦੀ ਇਹ ਹਾਲਤ ਕਿਸ ਭੂਤ ਨੇ ਕੀਤੀ। ਇਹ ਚੰਦਾ ਹੈ ਜਾਂ ਨੰਦੇਸਰ? ਕੀ ਨਿਕੇਸ਼ ਦੇ ਹੋਰ 4 ਦੋਸਤਾਂ ਨੂੰ ਵੀ ਕੁਝ ਹੋਇਆ ਹੈ? ਜੇਕਰ ਤੁਸੀਂ ਇਸ ਦਾ ਅਗਲਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ। ਦੋਸਤੋ, ਤੁਸੀਂ ਵੀ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ, ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਅਤੇ ਸਾਡੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਹਮਣੇ ਦਿਖ ਰਹੇ ਵੀਡੀਓ ਤੇ ਕਲਿੱਕ ਕਰਕੇ ਜ਼ਰੂਰ ਦੇਖੋ। ਤੁਹਾਨੂੰ ਇਹ ਵੀ ਪਸੰਦ ਆਉਣਗੇ। ਤਾਂ ਫਿਰ ਚੱਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।